ਆਪਰੇਸ਼ਨ ਬਲੂ ਸਟਾਰ ਹੋਣ ਦਾ ਵੱਡਾ ਕਾਰਨ ਕੀ ਸੀ? ਅੰਮ੍ਰਿਤਸਰ ਦੇ ਐਸਐਸਪੀ ਤੇ ਬਲੈਕ ਥੰਡਰ 1 ਤੇ 2 ਦੀ ਅਗਵਾਈ ਕਰਨ ਵਾਲੇ ਉਹ ਪੁਲਿਸ ਮੁਲਾਜ਼ਮ ਸਾਰੀ ਗੱਲ ਨੂੰ ਕਰੀਬ 40 ਸਾਲ ਹੋ ਚੱਲੇ ਆ। ਪੰਜਾਬ ਦੇ ਵਿੱਚ ਵੱਧਦੇ ਹੋਏ ਟੈਰਰਿਸਟ ਐਕਸ਼ਨ, ਵੱਧਦੀ ਹੋਈ ਹਿੰਸਾ, ਵੱਧਦੀਆਂ ਹੋਈਆਂ ਵਾਰਦਾਤਾਂ ਤੇ ਐਂ ਲੱਗ ਰਿਹਾ ਸੀ ਵੀ ਜਿਵੇਂ ਹਰਮੰਦਰ ਸਾਹਿਬ ਇੱਕ ਠਾਰ ਬਣੀ ਜਾ ਰਿਹਾ ਹੈ। ਪੰਜਾਬ ਦੇ ਇਤਿਹਾਸ ਪੜ੍ਹੋ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਹਰੀ ਸਿੰਘ ਨਲੂਆ ਤੇ ਸਾਰੇ ਜਰਨੈਲ ਲੜਾਈਆਂ ਬਹੁਤ ਕਰਦੇ ਸੀ, ਪਰ ਉਹ ਸਾਰੀਆਂ ਲੜਾਈਆਂ ਜਿਹੜੀਆਂ ਸੀ ਕਿਲਿਆਂ 'ਚ ਹੁੰਦੀਆਂ ਸੀ। ਕੋਈ ਵੀ ਲੜਾਈਆਂ ਗੁਰਦੁਆਰਿਆਂ 'ਚ ਨਹੀਂ ਲੜੀਆਂ ਗਈਆਂ। ਉਹ ਸਾਰਾ ਕੁਝ ਹਰਮੰਦਰ ਸਾਹਿਬ 'ਚ ਹੋ ਰਿਹਾ ਸੀ, ਜਿਹੜਾ ਕਿ ਮੇਰੀ ਨਜ਼ਰ 'ਚ ਹੋਣਾ ਨਹੀਂ ਸੀ ਚਾਹੀਦਾ। ਤੁਸੀਂ ਆਪਣੇ ਸਭ ਤੋਂ ਵੱਡੇ ਧਾਰਮਿਕ ਸਥਾਨ ਨੂੰ ਇੱਕ ਇਹੋ ਜਿਹੇ ਵਾਰਦਾਤੀਆਂ ਦਾ ਕੇਂਦਰ ਬਣਾ ਦਿੰਦੇ ਹੋ, ਤੇ ਇਹ ਇੱਕ ਬੜੇ ਬਦਕਿਸਮਤੀ ਵਾਲੀ ਗੱਲ ਹੈ। ਜਰਨੈਲ ਸਿੰਘ ਭਿੰਡਰਾਂਵਾਲੇ ਜੇਕਰ ਤੁਸੀਂ ਉਹਨਾਂ ਦੀ ਪਿਛੋਕੜ ਦੇਖੋ ਤੇ ਉਹ ਕੀ ਕੰਮ ਕਰਦੇ ਸੀ, ਕੋਈ ਮਾੜੇ ਇਨਸਾਨ ਨਹੀਂ ਸਨ। ਹਾਲਾਤ ਨੂੰ ਗਲਤ ਤਰੀਕੇ ਨਾਲ ਪ੍ਰੈਜ਼ੈਂਟ ਕਰਕੇ ਦੱਸਿਆ ਗਿਆ, ਜਿਹਦੇ ਨਾਲ ਜਿਨ੍ਹਾਂ ਨੇ ਫੈਸਲਾ ਕਰਨਾ ਸੀ ਉਹ ਇੱਕ ਸਹੀ ਫੈਸਲਾ ਨਹੀਂ ਕਰ ਸਕੇ, ਗਲਤ ਫੈਸਲਾ ਕਰ ਲਏ ਗਏ, ਜਿਹਦੇ ਕਰਕੇ ਇੱਕ ਬੜੀ ਵੱਡੀ ਇਤਿਹਾਸਕ ਗਲਤੀ ਜਿਹੜੀ ਹੈ ਉਹ ਹੋ ਗਈ। 1971 ਬੰਗਲਾਦੇਸ਼ ਦੇ ਟਾਈਮ ਦਾ ਆਪਣਾ ਬਦਲਾ ਵੀ ਲੈਣਾ ਸੀ। ਕਈ ਵਾਰਦਾਤਾਂ ਹੋਈਆਂ, ਕਈ ਕਤਲ ਹੋਏ, ਕਈ ਬੱਸਾਂ 'ਚੋਂ ਕੱਢ ਕੇ ਕਿਲਿੰਗ ਹੋਈਆਂ, ਗੱਡੀਆਂ 'ਚ ਕਿਲਿੰਗ ਹੋਈਆਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਆ ਤੁਹਾਡੇ ਨਾਲ ਜਸਪ੍ਰੀਤ ਸਿੰਘ ਆਸ਼ਕ। ਜੂਨ ਜਦ ਵੀ ਸ਼ੁਰੂ ਹੁੰਦੀ ਹੈ ਤਾਂ ਸਾਡੇ ਦਿਮਾਗ ਦੇ ਵਿੱਚ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ, ਜੇ ਪੰਜਾਬ ਦਾ ਵਸਨੀਕ ਹੈ ਤਾਂ ਆਪਰੇਸ਼ਨ ਬਲੂ ਸਟਾਰ ਉਹਦੇ ਦਿਮਾਗ ਦੇ ਵਿੱਚ ਆਈ ਜਾਂਦਾ ਕਿ ਆਪਰੇਸ਼ਨ ਬਲੂ ਸਟਾਰ ਤੇ ਸਾਕਾ ਨੀਲਾ ਤਾਰਾ ਜਿਸ ਨੂੰ ਕਿਹਾ ਜਾਂਦਾ ਉਹ ਹੁੰਦਾ। ਅਕਾਲ ਤਖਤ ਸਾਹਿਬ ਢਹਿ ਢੇਰੀ ਹੋਇਆ, ਬਹੁਤ ਜਾਣਿਆਂ ਦੀਆਂ ਜਾਨਾਂ ਵੀ ਗਈਆਂ। ਆਪਰੇਸ਼ਨ ਬਲੂ ਸਟਾਰ ਨੂੰ ਤਾਂ ਅੱਜ ਲੈ ਕੇ ਅਸੀਂ ਚਰਚਾ ਕਰਾਂਗੇ, ਪਰ ਉਸ ਤੋਂ ਬਾਅਦ ਆਪਰੇਸ਼ਨ ਬਲੈਕ ਥੰਡਰ 1 ਤੇ 2 ਵੀ ਹੁੰਦੇ ਨੇ। ਦੋਹਾਂ 'ਚ ਫਰਕ ਕੀ ਸੀ? ਆਪਰੇਸ਼ਨ ਬਲੂ ਸਟਾਰ ਹੋਣ ਦਾ ਵੱਡਾ ਕਾਰਨ ਕੀ ਸੀ? ਕਿਸ ਨੂੰ ਰੋਕਿਆ ਜਾ ਸਕਦਾ ਸੀ? ਤੇ ਉਸ ਤੋਂ ਬਾਅਦ ਜਿਹੜੇ 2 ਆਪਰੇਸ਼ਨ ਹੋਏ, ਬਲੈਕ ਥੰਡਰ 1 ਤੇ ਬਲੈਕ ਥੰਡਰ 2, ਉਹਨਾਂ ਦੇ ਹੋਣ ਦਾ ਵੀ ਵੱਡਾ ਕਾਰਨ ਕੀ ਰਿਹਾ? ਉਹ ਸਾਰੇ ਤਮਾਮ ਮੁੱਦੇ 'ਤੇ ਚਰਚਾ ਕਰਾਂਗੇ। ਉਹ ਪੱਖ ਉਜਾਗਰ ਕਰਾਂਗੇ ਜਿਹੜਾ ਕਿ ਅੱਜ ਤੱਕ ਕਦੇ ਸਾਹਮਣੇ ਆਇਆ ਹੀ ਨਹੀਂ। ਅੱਜ ਤੱਕ ਅਸੀਂ ਉਹ ਪੜ੍ਹਿਆ, ਉਹ ਸੁਣਿਆ ਜੋ ਸਾਨੂੰ ਸੁਣਾਇਆ ਗਿਆ ਜਾਂ ਸਾਨੂੰ ਪੜ੍ਹਾਇਆ ਗਿਆ, ਪਰ ਸੱਚ ਦੇ ਉੱਤੇ ਅੱਜ ਅਸੀਂ ਜਿਹੜੀ ਰੋਸ਼ਨੀ ਪਾਵਾਂਗੇ, ਦੇਖਾਂਗੇ ਸੱਚ ਕੀ ਹੈ। ਸੋ ਸੱਚ ਜਾਣਨ ਲਈ ਉਸ ਸਮੇਂ ਦੇ ਗਵਾਹ, ਉਸ ਸਮੇਂ ਦੇ ਅੰਮ੍ਰਿਤਸਰ ਦੇ ਐਸਐਸਪੀ ਤੇ ਬਲੈਕ ਥੰਡਰ 1 ਤੇ 2 ਦੀ ਅਗਵਾਈ ਕਰਨ ਵਾਲੇ ਉਹ ਪੁਲਿਸ ਮੁਲਾਜ਼ਮ ਅੱਜ ਸਾਡੇ ਨਾਲ ਨੇ। ਐਕਸ ਡੀਜੀਪੀ SS ਵਿਰਕ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਜਸਪ੍ਰੀਤ ਜੀ, ਤੁਹਾਡੇ ਸਾਰੇ ਸਰੋਤਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅਤੇ ਤੁਸੀਂ ਜਿਵੇਂ ਸਬਜੈਕਟ ਇੰਟਰੋਡਿਊਸ ਕੀਤਾ ਹੈ, ਤੁਸੀਂ ਜੋ ਵੀ ਸਵਾਲ ਪੁੱਛੋਗੇ ਮੈਂ ਆਪਣੇ ਵੱਲੋਂ ਜਿੰਨਾ ਕੁ, ਕਿਉਂਕਿ ਸਾਰੀ ਗੱਲ ਨੂੰ ਕਰੀਬ 40 ਸਾਲ ਹੋ ਚੱਲੇ ਆ, ਅਤੇ ਜਿੰਨੀ ਕੁ ਮੈਨੂੰ ਯਾਦਾਸ਼ਤ ਮਦਦ ਕਰੇਗੀ ਮੈਂ ਉਹਦੇ ਜਵਾਬ ਦਿਆਂਗਾ। ਕਿਉਂਕਿ ਤੁਸੀਂ ਉਹ ਸਾਰੇ ਸਮੇਂ ਦੇ ਗਵਾਹ ਰਹੇ ਹੋ, ਖੁਦ ਉਹ ਟਾਈਮ ਦੇਖਿਆ। ਇੱਥੋਂ ਤੱਕ ਕਿ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਜਦ ਬਲੈਕ ਥੰਡਰ 2 ਹੁੰਦਾ ਹੈ ਤਾਂ ਉਸ ਸਮੇਂ ਇਹਨਾਂ ਦੇ ਮੂੰਹ ਦੇ ਉੱਤੇ ਇੱਧਰੋਂ ਗੋਲੀ ਵੀ ਲੱਗੀ ਸੀ ਅਤੇ ਉਸ ਨਾਲ ਇਹ ਡੈਮੇਜ ਵੀ ਹੋਏ ਸੀ, ਅਤੇ ਉਹ ਸਾਰੀ ਸਥਿਤੀ ਦੇ ਉੱਤੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਇੰਪੋਰਟੈਂਟ ਗੱਲ ਇਹ ਹੈਗੀ ਆ ਕਿ ਆਪਰੇਸ਼ਨ ਬਲੂ ਸਟਾਰ ਅਸਲ 'ਚ ਹੈ ਕੀ ਸੀ? ਕੀ ਕੋਡਿੰਗ ਸੀ? ਕਿਸ ਨੇ ਨਾਮ ਦਿੱਤਾ? ਕਿਉਂ ਕਰਨਾ ਪੈਂਦਾ? ਦੇਖੋ, ਇਸ ਤਰ੍ਹਾਂ ਸੀ, ਮੈਂ ਉਸ ਵੇਲੇ ਪੰਜਾਬ 'ਚ ਨਹੀਂ ਸਾਂ, ਮੈਂ ਮਹਾਰਾਸ਼ਟਰ ਡਿਊਟੀ ਕਰ ਰਿਹਾ ਸੀ। ਅਤੇ ਉਸ ਵੇਲੇ ਜਦੋਂ ਕਿਤੇ ਛੁੱਟੀ ਆਈਦਾ ਸੀ ਅਤੇ ਪੰਜਾਬ ਦੇ ਵਿੱਚ ਵੱਧਦੇ ਹੋਏ ਟੈਰਰਿਸਟ ਐਕਸ਼ਨ, ਵੱਧਦੀ ਹੋਈ ਹਿੰਸਾ, ਵੱਧਦੀਆਂ ਹੋਈਆਂ ਵਾਰਦਾਤਾਂ, ਅਤੇ ਇੱਕ ਜਿਵੇਂ ਰੈਡੀਕਲਾਈਜੇਸ਼ਨ ਆਫ ਸਿੱਖ ਸੁਸਾਇਟੀ ਚੱਲ ਰਹੀ ਸੀ, ਅਤੇ ਐਂ ਲੱਗ ਰਿਹਾ ਸੀ ਵੀ ਜਿਵੇਂ ਹਰਮੰਦਰ ਸਾਹਿਬ ਇੱਕ ਠਾਰ ਬਣੀ ਜਾ ਰਿਹਾ ਹੈ ਔਰ ਉਹਨੂੰ ਠਾਰ ਬਣਨ ਦਿੱਤਾ ਜਾ ਰਿਹਾ ਹੈ, ਇੱਦਾਂ ਲੱਗ ਰਿਹਾ ਸੀ। ਦੇਖੋ, ਆਮ ਤੌਰ 'ਤੇ ਇਤਿਹਾਸ ਦੇ ਵਿੱਚ ਵੀ ਲੜਾਈਆਂ ਹੋਈਆਂ ਨੇ। ਜਦੋਂ ਤੁਸੀਂ ਪੰਜਾਬ ਦੇ ਇਤਿਹਾਸ ਪੜ੍ਹੋ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਹਰੀ ਸਿੰਘ ਨਲੂਆ ਤੇ ਸਾਰੇ ਜਰਨੈਲ ਲੜਾਈਆਂ ਬਹੁਤ ਕਰਦੇ ਸੀ, ਪਰ ਉਹ ਸਾਰੀਆਂ ਲੜਾਈਆਂ ਜਿਹੜੀਆਂ ਸੀ ਕਿਲਿਆਂ 'ਚ ਹੁੰਦੀਆਂ ਸੀ। ਕੋਈ ਵੀ ਲੜਾਈਆਂ ਗੁਰਦੁਆਰਿਆਂ 'ਚ ਨਹੀਂ ਲੜੀਆਂ ਗਈਆਂ। ਅਤੇ ਇੱਥੇ ਜਿਹੜੀ ਮੋਰਚਾਬੰਦੀ ਹੋਣ ਲੱਗ ਪਈ, ਮੈਂ 82, 83, 84 'ਚ ਜਦੋਂ ਦੇਖਿਆ ਗਿਆ, ਅਤੇ ਉਹ ਸਾਰਾ ਕੁਝ ਹਰਮੰਦਰ ਸਾਹਿਬ 'ਚ ਹੋ ਰਿਹਾ ਸੀ, ਜਿਹੜਾ ਕਿ ਮੇਰੀ ਨਜ਼ਰ 'ਚ ਹੋਣਾ ਨਹੀਂ ਸੀ ਚਾਹੀਦਾ। ਵੀ
ਤੁਸੀਂ ਆਪਣੇ ਸਭ ਤੋਂ ਵੱਡੇ ਧਾਰਮਿਕ ਸਥਾਨ ਨੂੰ ਇੱਕ ਇਹੋ ਜਿਹੇ ਵਾਰਦਾਤੀਆਂ ਦਾ ਕੇਂਦਰ ਬਣਾ ਦਿੰਦੇ ਹੋ ਤੇ ਇਹ ਇੱਕ ਬੜੇ ਬਦਕਿਸਮਤੀ ਵਾਲੀ ਗੱਲ ਹੈ। ਇਹ ਨਹੀਂ ਸੀ ਹੋਣਾ ਚਾਹੀਦਾ। ਕੀ ਲੱਗਦਾ ਕਿ ਉਸ ਸਮੇਂ ਦੀ ਜਿਹੜੀ ਸਰਕਾਰ ਆ ਉਹ ਕਿੱਡੀ ਕਸੂਰਵਾਰ ਆ, ਕਿਉਂਕਿ ਦੋਨੋਂ ਪੱਖ ਤੋਂ ਜੇ ਦੇਖੀਏ ਤਾਂ ਇਹ ਵੀ ਕਹਿੰਦੇ ਨੇ ਕਿ ਪਿੰਡਰਾਲੇ ਭੇਜਣੇ ਵਾਲੀ ਪਹਿਲਾਂ ਹੋਈ ਸੀ। ਦੇਖੋ, ਜੇਕਰ ਅਸੀਂ ਕਹੀਏ ਵੀ ਪਿੰਡਰਾਂਵਾਲਾ ਸੰਤ ਜਿਹੜੇ ਸਨ ਉਹ ਤੇ ਉਹਨਾਂ ਦੇ ਜਿਹੜੇ ਫੋਲੋਅਰ ਸਨ ਉਹ ਅੰਦਰ ਆ ਕੇ ਬੈਠ ਗਏ। ਅੱਛਾ, ਉਹਨਾਂ ਨੂੰ ਬਿਠਾਉਣ ਵਾਲੇ ਕੌਣ ਸਨ? ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੇਕਰ ਤੁਸੀਂ ਉਹਨਾਂ ਦੀ ਪਿਛੋਕੜ ਦੇਖੋ ਤੇ ਉਹ ਕੀ ਕੰਮ ਕਰਦੇ ਸੀ 80 ਤੋਂ ਪਹਿਲਾਂ ਜਾਂ 81 ਤੋਂ ਪਹਿਲਾਂ। ਉਹ ਸਿਰਫ ਦਮਦਮੀ ਟਕਸਾਲ ਦੇ ਹੈੱਡ ਹੋਣ ਦੇ ਨਾਤੇ ਧਰਮ ਪ੍ਰਚਾਰ ਔਰ ਉਹਨਾਂ ਦਾ ਕੰਮ ਕਰਦੇ ਸੀ। ਤੁਸੀਂ ਉਹਨਾਂ ਨੂੰ ਖਿੱਚ ਕੇ ਲਿਆ ਕੇ ਇੱਕ ਪੋਲੀਟੀਕਲ ਸਟੇਜ ਦੇ ਉੱਤੇ ਖੜਾ ਕਰ ਦਿੱਤਾ ਗਿਆ। ਹੁਣ ਜਦੋਂ ਤੱਕ ਤੇ ਉਹ ਕਿਸੇ ਪਰਟੀਕੂਲਰ ਰੂਲਿੰਗ ਪਾਰਟੀ ਦੀ ਮਦਦ ਕਰਦੇ ਆ, ਉਦੋਂ ਤੱਕ ਤੇ ਉਹ ਸੰਤ ਜੀ ਨੇ। ਜਦੋਂ ਉੱਥੇ ਉਹਨਾਂ ਦੇ ਕੋਈ ਇਖਤਲਾਫਾਤ ਆ ਜਾਂਦੇ ਨੇ, ਡਿਫਰੈਂਸਿਸ ਆ ਜਾਂਦੇ ਨੇ, ਜਾਂ ਉਹ ਜਿਹੜੇ ਬੰਦੇ ਉਹਨਾਂ ਨੂੰ ਖਿੱਚ ਕੇ ਪੋਲੀਟਿਕਸ ਦੇ ਵਿੱਚ ਲਿਆਏ ਸੀ ਸੈਂਟਰ ਸਟੇਜ ਦੇ ਉੱਤੇ, ਉਹਨਾਂ ਤੋਂ ਥੋੜ੍ਹੇ ਜਿਹੇ ਬਾਗੀ ਹੋ ਗਏ। ਉਸ ਵੇਲੇ ਉਹਨਾਂ ਨੂੰ ਭਿੰਡਰਾਂਵਾਲੇ ਕਿਹਾ ਜਾਣ ਲੱਗ ਪਿਆ ਵੀ ਪਹਿਲਾਂ ਸੰਤ ਜੀ ਕਿਹਾ ਜਾ ਰਿਹਾ ਸੀ। ਅੱਛਾ, ਇੰਨਾ ਹੀ ਨਹੀਂ, ਉਹਦੇ ਅੰਦਰ ਉਹਨਾਂ ਤੋਂ ਰੂਲਿੰਗ ਪਾਰਟੀ ਦੇ ਲਈ ਮਦਦ ਵੀ ਲਈ ਗਈ। ਅਤੇ ਮੇਰੇ ਖਿਆਲ ਦੇ ਵਿੱਚ ਜਦੋਂ ਪੋਲੀਟੀਕਲ ਸ਼ਾਰਟਕਟ ਮਾਰੋ, ਦੇਖੋ ਇੱਦਾਂ ਹੁੰਦਾ ਜਦੋਂ ਤੁਸੀਂ ਡਾਇਰੈਕਟ ਇਹੋ ਜਿਹੇ ਛੇੜਛਾੜ ਕਰਦੇ ਹੋ ਬਿਜਲੀ ਦੀ, ਅਤੇ ਇੱਕ ਪ੍ਰੋਸੈਸ ਹੁੰਦਾ ਸ਼ਾਰਟ ਸਰਕਟਿੰਗ, ਜਿਹਦੇ ਚੰਗਿਆੜੀਆਂ ਨਿਕਲਦੀਆਂ। ਅਤੇ ਇਹ ਜਦੋਂ ਉਸੇ ਤਰ੍ਹਾਂ ਜਦੋਂ ਤੁਸੀਂ ਡੈਮੋਕ੍ਰੈਟਿਕ ਜਾਂ ਪੋਲੀਟੀਕਲ ਜਿਹੜਾ ਇੱਕ ਸਿਸਟਮ ਬਣਿਆ ਹੋਇਆ ਉਹਦੇ ਅੰਦਰ ਜ਼ਿਆਦਾ ਛੇੜਛਾੜ ਕਰਦੇ ਹੋ ਅਤੇ ਇੱਕ ਪੋਲੀਟੀਕਲ ਸ਼ਾਰਟ ਸਰਕਟਿੰਗ ਹੁੰਦੀ ਹੈ ਜਿਹਦੇ ਅੰਦਰ ਚੰਗਿਆੜੀਆਂ ਨਿਕਲਣੀਆਂ। ਉਹ ਫਿਰ ਜਦੋਂ ਚੰਗਿਆੜੀਆਂ ਨਿਕਲੀਆਂ ਉਹਦੇ ਅੰਦਰ ਰੂਲਿੰਗ ਪਾਰਟੀ ਵੀ ਸੜ ਗਈ, ਆਪੋਜੀਸ਼ਨ ਵੀ ਸੜ ਗਈ, ਔਰ ਪੰਜਾਬ ਦੇ ਲੋਕ ਵੀ ਸੜ ਗਏ। ਇੱਕ ਬੜੀ ਵੱਡੀ ਤਰਾਸਦੀ। ਕੀ ਸਰ ਇਹਨੂੰ ਕਿਉਂਕਿ ਤੁਸੀਂ ਜਿਹੜੇ ਪੁਲਿਸ 'ਚ ਵਰਕ ਕਰ ਰਹੇ ਸੀ, ਤੁਸੀਂ ਹਾਲਾਤ ਵੀ ਦੇਖ ਰਹੇ ਸੀ ਖੁਦ, ਕੀ ਇਹਨੂੰ ਰੋਕਿਆ ਜਾ ਸਕਦਾ ਸੀ ਕਿ ਪਹਿਲਾਂ ਹੀ ਜਿਹੜਾ ਜੇ ਪੁਲਿਸ ਵੀ ਆਪਣੀ ਇਨਵੋਲਵਮੈਂਟ ਰੱਖਦੀ, ਮਿਲਟਰੀ ਇਨਵੋਲਵਮੈਂਟ ਰੱਖਦੀ, ਤਾਂ ਕੀ ਰੋਕਿਆ ਜਾ ਸਕਦਾ? ਨਹੀਂ, ਦੇਖੋ ਇਸ ਤਰ੍ਹਾਂ ਹੁੰਦਾ ਵੀ ਦਰਬਾਰ ਸਾਹਿਬ ਦੇ ਅੰਦਰ ਜੇਕਰ ਕੋਈ ਗਲਤ ਕਿਸਮ ਦੇ ਅਨਸਰ ਵੜ ਗਏ ਆ ਅਤੇ ਉਹਨਾਂ ਨੂੰ ਹੈਂਡਲ ਕੀਤਾ ਜਾ ਸਕਦਾ ਸੀ। ਚਿੱਟੇ ਕੱਪੜੇ ਵਾਲੇ ਬੰਦੇ ਭੇਜ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਸਰੈਂਡਰ ਕਰਵਾ ਕੇ ਇਹ ਸਾਰਾ ਕੁਛ ਕੀਤਾ ਜਾ ਸਕਦਾ ਸੀ। ਦੇਖੋ, ਸੰਤ ਜਰਨੈਲ ਸਿੰਘ ਵੀ ਜਿਹੜੇ ਸਨ ਕੋਈ ਮਾੜੇ ਇਨਸਾਨ ਨਹੀਂ ਸਨ। ਉਹਨਾਂ ਨਾਲ ਜਦੋਂ ਵੀ ਕਿਸੇ ਨੇ ਨੈਗੋਸ਼ੀਏਟ ਕੀਤਾ ਉਹ ਬੜੇ ਰੀਜ਼ਨੇਬਲ ਰਹੇ ਆ ਜਨਰਲੀ। ਇਹ ਤਾਂ ਜਦੋਂ ਤੁਸੀਂ ਇੱਕ ਸਾਰੀ ਚੀਜ਼ ਇੱਕ ਬਹੁਤ ਉਹਨੂੰ ਉੱਚੇ ਲੈਵਲ ਤੱਕ ਲੈ ਜਾਂਦੇ ਹੋ, ਪਹਿਲਾਂ ਤੁਸੀਂ ਕਹਿੰਦੇ ਹੋ ਕਿ ਕੋਈ ਅੰਦਰ ਨਹੀਂ ਘੁਸੇਗਾ, ਪੁਲਿਸ ਵੀ ਅੰਦਰ ਨਹੀਂ ਜਾਏਗੀ, ਸਫੇਦ ਕੱਪੜੇ ਵਾਲਾ ਪੁਲਿਸ ਵਾਲਾ ਵੀ ਨਹੀਂ ਜਾਏਗਾ, ਉਦੋਂ ਬਾਅਦ ਤੁਸੀਂ ਸਡਨਲੀ ਡਿਸਾਈਡ ਕਰ ਲੈਂਦੇ ਹੋ ਵੀ ਅਸੀਂ ਆਰਮੀ ਐਕਸ਼ਨ ਕਰਨਾ ਹੈ, ਕਿਉਂ ਤੁਹਾਡੇ ਕੋਲ ਦੂਸਰਾ ਰਸਤਾ ਹੀ ਕੋਈ ਨਹੀਂ। ਫਿਰ ਤੁਸੀਂ ਸਿਰਫ ਆਰਮੀ ਨਹੀਂ ਭੇਜਦੇ, ਤੁਸੀਂ ਟੈਂਕ ਵੀ ਭੇਜ ਦਿੰਦੇ ਹੋ, ਤੁਸੀਂ ਆਰਟਿਲਰੀ ਗਨਸ ਵੀ ਭੇਜ ਦਿੰਦੇ ਹੋ, ਔਰ ਤੁਸੀਂ ਇੱਕ ਵੱਡਾ ਆਪਰੇਸ਼ਨ ਲਾਂਚ ਕਰ ਦਿੰਦੇ ਹੋ। ਕਿਹਦੇ ਖਿਲਾਫ? ਆਪਣੇ ਲੋਕਾਂ 'ਤੇ। ਤੁਸੀਂ ਮੇਰੇ ਖਿਆਲ ਦੇ ਵਿੱਚ ਇਹ ਬਿਲਕੁਲ ਵੀ ਜ਼ਰੂਰੀ ਨਹੀਂ ਸੀ। ਇਹ ਹਾਲਾਤ ਪਰਮਿਟ ਕੀਤੇ ਗਏ ਕਿ ਵੱਧ ਜਾਣ ਤਾਂ ਕਿ ਇੱਕ ਉਸ ਦਾ ਪੋਲੀਟੀਕਲ ਫਾਇਦਾ ਰੂਲਿੰਗ ਪਾਰਟੀ ਉਠਾ ਲਵੇ। ਪਰ ਇਹ ਚੀਜ਼ ਜਿਹੜੀ ਹੈ ਡੈਮੋਕ੍ਰੇਸੀ ਦੇ ਲਈ ਬੜਾ ਨੁਕਸਾਨਦੇਹ ਹੁੰਦੀ ਹੈ, ਔਰ ਇਹਦਾ ਨੁਕਸਾਨ ਬਾਅਦ 'ਚ ਪੰਜਾਬ ਦੇ ਅੰਦਰ ਜਿਹੜੀ ਇੱਕ ਬੜੀ ਲੰਬੀ ਤਰਾਸਦੀ ਚੱਲੀ ਉਹਦੇ ਵਿੱਚ ਇਹਦਾ ਅੰਤ ਹੋਇਆ। ਉਸ ਤੋਂ ਬਾਅਦ ਪੰਜਾਬ ਦੀ ਜਿਹੜੀ ਉਹ ਮਿਲੀਟੈਂਸੀ ਸੀ, ਉਹ ਦੌਰ ਕਾਲਾ ਦੌਰ ਬੜੀ ਦੇਰ ਤੱਕ ਚੱਲਦਾ ਰਿਹਾ। ਇੱਕ ਸਵਾਲ ਹੋਰ ਹੈਗੀ ਆ, ਜਦ ਠੀਕ ਹੈ ਮਿਲਟਰੀ ਐਕਸ਼ਨ ਹੁੰਦਾ, ਕਿਸੇ ਨੇ ਆਪਣਾ ਪੋਲੀਟੀਕਲ ਫਾਇਦਾ ਲੈਣ ਲਈ ਐਕਸ਼ਨ ਕਰਵਾ ਦਿੱਤਾ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ, ਪਰ ਬਹੁਤ ਸਾਰੇ ਨਿਰਦੋਸ਼ ਵੀ ਸੀਗੇ ਜਿਹੜੇ ਵਿੱਚ ਰਗੜੇ ਗਏ ਨੇ, ਪਰ ਉਹ ਐਕਸ਼ਨ ਦਾ ਰਿਐਕਸ਼ਨ ਉਹਨਾਂ ਵੱਲੋਂ ਵੀ ਜਿਹੜਾ ਬਾਅਦ ਚੋਂ ਹੋਇਆ। ਦੇਖੋ, ਤੁਹਾਨੂੰ ਜਦੋਂ ਵੀ ਇਹੋ ਜਿਹਾ ਐਕਸ਼ਨ ਕਰਨਾ ਪੈਂਦਾ ਤੁਹਾਨੂੰ ਉਸ ਤੋਂ ਪਹਿਲਾਂ ਬੜਾ ਕੁਝ ਦੇਖਣਾ ਪੈਂਦਾ। ਕੋਈ ਧਾਰਮਿਕ ਦਿਨ ਤਾਂ ਨਹੀਂ, ਉਸ ਵੇਲੇ ਗੁਰਪੁਰਬ ਵੀ ਸੀ, ਲੋਕ ਆਏ ਹੋਏ ਸੀ,
ਮੇਰੇ ਖਿਆਲ ਦੇ ਵਿੱਚ ਦਿਨ ਚੁਣਨ ਦੇ ਵਿੱਚ, ਡਿਸਾਈਡ ਕਰਨ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਸੀ ਜਿਨ੍ਹਾਂ ਨੂੰ ਪੰਜਾਬ ਦੇ ਇਤਿਹਾਸ ਜਾਂ ਪੰਜਾਬ ਦੇ ਕਲਚਰ ਜਾਂ ਪੰਜਾਬ ਦੀ ਸਮਾਜਿਕ ਬਣਤਰ ਇਹਦਾ ਗਿਆਨ ਨਹੀਂ ਸੀ। ਅਤੇ ਇਹਨਾਂ ਨੇ ਇੱਕ ਇਹੋ ਜਿਹਾ ਦਿਨ ਚੁਣ ਲਿਆ ਜਿਸ ਦਿਨ ਪਿੰਡਾਂ ਤੋਂ ਬਹੁਤ ਲੋਕ ਦਰਬਾਰ ਸਾਹਿਬ ਦੇ ਵਿੱਚ ਆਉਂਦੇ ਨੇ ਗੁਰਪੁਰਬ ਦੇ ਨੇੜੇ, ਅਤੇ ਉਹ ਦਿਨ ਚੁਣਨ ਕਰਕੇ ਉੱਥੇ ਜਿਹੜਾ ਨੁਕਸਾਨ ਸੀ ਜਾਂ ਇਨੋਸੈਂਟ ਲੋਕਾਂ ਦੇ ਮਰਨ ਦਾ ਜਿਹੜਾ ਕਾਰਨ ਸੀ ਉਹਦਾ ਰਿਜ਼ਲਟ ਇਹ ਨਿਕਲਿਆ ਵੀ ਜ਼ਿਆਦਾ ਲੋਕ ਮਰੇ। ਅਤੇ ਇਹਨੂੰ ਡੈਮੇਜ ਜਿਹੜਾ ਕਦੇ ਵੀ ਆਪਰੇਸ਼ਨ ਕਰੋ, ਤੁਹਾਡੀ ਇਹ ਮੰਤਵ ਹੋਣਾ ਚਾਹੀਦਾ ਵੀ ਇਹ ਘੱਟ ਤੋਂ ਘੱਟ ਡੈਮੇਜ ਹੋਵੇ, ਘੱਟ ਤੋਂ ਘੱਟ ਨੁਕਸਾਨ ਹੋਵੇ, ਘੱਟ ਤੋਂ ਘੱਟ ਆਪਰੇਸ਼ਨਲ ਐਕਟੀਵਿਟੀ ਹੋਵੇ। ਜਦੋਂ ਕਿ ਇਹਦੇ ਅੰਦਰ ਤੁਸੀਂ ਨਾ ਸਿਰਫ ਆਰਮੀ, ਹਥਿਆਰਬੰਦ ਆਰਮੀ ਭੇਜੀ, ਉਹਦੀ ਮਦਦ ਲਈ ਟੈਂਕ ਵੀ ਭੇਜਣੇ ਪਏ, ਤੋਪਾਂ ਵੀ ਭੇਜਣੀਆਂ ਪਈਆਂ, ਫਾਇਰਿੰਗ ਵੀ ਕਰਨੀ ਪਈ ਉਹਨਾਂ ਤੋਪਾਂ ਤੋਂ, ਔਰ ਅਕਾਲ ਤਖਤ ਤੇ ਹੋਰ ਬਿਲਡਿੰਗ ਨੂੰ ਬੜਾ ਵੱਡਾ ਡੈਮੇਜ ਵੀ ਹੋਇਆ। ਨੁਕਸਾਨ ਤਾਂ ਜਿਹੜਾ ਹੋਇਆ ਆ, ਤੇ ਫਿਰ ਜਿਹੜਾ ਇਕੱਲੇ ਨੁਕਸਾਨ ਹੁੰਦਾ ਆ, ਠੀਕ ਹੈ, ਸਿੱਖ ਸਮੁਦਾਇ ਕਹਿੰਦਾ ਆ ਕਿ ਅਸੀਂ ਸ਼ੈਲਟਰ ਨਹੀਂ ਲਿੱਤੀ, ਕਿ ਲੱਗਦਾ ਕਿ ਉਸ ਸਮੇਂ ਦੀਆਂ ਧਾਰਮਿਕ ਜੋ ਜਥੇਬੰਦੀਆਂ ਸਨ ਕਿ ਜੇ ਉਹ ਵੀ ਰੋਲ ਪੋਜ਼ਿਟਿਵ ਰੱਖਦੀਆਂ, ਉਹ ਵੀ ਜੇ ਉਹਨੂੰ ਛੱਡ ਕੇ ਬਾਹਰ ਆਉਂਦੀਆਂ ਤਾਂ ਸ਼ਾਇਦ ਨੁਕਸਾਨ ਬਚ ਸਕਦਾ ਸੀ। ਨਹੀਂ, ਦੇਖੋ ਕੀ ਹੁੰਦਾ, ਇਹ ਜਦੋਂ ਇਸ ਤਰ੍ਹਾਂ ਦਾ ਹੋ ਜਾਂਦਾ ਤੇ ਇਹਨਾਂ ਦੇ ਵਿੱਚ ਸਾਰੇ ਇੱਕ ਪਾਸੇ ਐਗਰੀ ਨਹੀਂ ਸੀ ਕਰਦੇ, ਕਈਆਂ 'ਚ ਇਖਤਲਾਫਾਤ ਹੋਣਗੇ। ਅੱਛਾ, ਦੂਜੇ ਪਾਸੇ ਜੇ ਸਰਕਾਰ ਕਹਿ ਰਹੀ ਸੀ ਵੀ ਐਕਸ਼ਨ ਜ਼ਰੂਰੀ ਸੀ, ਕਿ ਤੋਪ ਔਰ ਤੇ ਟੈਂਕਾਂ ਵਾਲਾ ਐਕਸ਼ਨ ਜ਼ਰੂਰੀ ਸੀ, ਕਿ ਉਦੋਂ ਪਹਿਲਾਂ ਕੁਝ ਨਹੀਂ ਸੀ ਕੀਤਾ ਜਾ ਸਕਦਾ। ਦੇਖੋ, ਪ੍ਰੀਵੈਂਸ਼ਨ ਇਜ਼ ਆਲਵੇਜ਼ ਬੈਟਰ ਦੈਨ ਦਾ ਕਿਉਰ। ਕਿ ਜੇਕਰ ਤੁਸੀਂ ਇੱਕ ਟਾਂਕਾ ਲਾ ਕੇ ਕੰਮ ਚੱਲ ਸਕਦਾ ਸ਼ੁਰੂ ਦੇ ਵਿੱਚ, ਤੁਸੀਂ ਉਹਨੂੰ ਵਿਗੜਨ, ਕੱਪੜੇ ਨੂੰ ਹੋਰ ਪਾਟਣ ਦਿੰਦੇ ਹੋ, ਅਤੇ ਜਦੋਂ 10 ਟਾਂਕੇ ਲਾਉਣ ਪੈਂਦੇ ਉਦੋਂ ਤੁਸੀਂ ਸ਼ੁਰੂ ਕਰਦੇ ਹੋ, ਅਤੇ ਤੁਸੀਂ ਉਸ ਹਾਲਾਤ ਨੂੰ ਵਿਗੜਨ ਦਾ ਸਮਾਂ ਦੇ ਦਿੱਤਾ। ਅਤੇ ਜਦੋਂ ਸ਼ੁਰੂ ਸੀ ਉਸ ਵੇਲੇ ਕੰਟਰੋਲ ਕਰ ਲੈਂਦੇ, ਹਾਲਾਤ ਆਰਾਮ ਨਾਲ ਕੰਟਰੋਲ ਹੋ ਸਕਦੇ ਸੀ। ਬਾਅਦ ਵਿੱਚ ਤੁਹਾਨੂੰ ਇੱਕ ਸਟੇਜ ਦੇ ਉੱਤੇ ਤੁਸੀਂ ਪੁਲਿਸ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੰਦੇ, ਦੂਸਰੀ ਸਟੇਜ ਦੇ ਉੱਤੇ ਤੁਸੀਂ ਆਰਮੀ ਨੂੰ ਕਹਿੰਦੇ ਹੋ ਅਟੈਕ ਕਰੋ, ਨਾਲ ਟੈਂਕ ਲੈ ਜਾਓ, ਨਾਲ ਤੋਪਾਂ ਲੈ ਜਾਓ, ਅਤੇ ਉਹਦੇ ਅੰਦਰ ਤੁਹਾਡਾ ਜਿਹੜਾ ਤੁਹਾਡੇ ਲਫ਼ਜ਼ਾਂ 'ਤੇ ਵਿਸ਼ਵਾਸ ਕਰਨਾ ਔਖਾ ਹੈ। ਇੱਕ ਗੱਲ ਹੁੰਦੀ ਹੈ ਕਿ ਉਹ ਕਿਹੜਾ ਕੋਈ ਦੁਸ਼ਮਣ ਸੀ, ਹੈ ਤਾਂ ਆਪਣੇ ਹੀ ਲੋਕ ਸੀ, ਆਪਣੇ ਲੋਕਾਂ ਨੂੰ। ਬਿਲਕੁਲ, ਜਦੋਂ ਆਪਣੇ ਲੋਕ ਹੋਣ, ਦੇਖੋ ਇੱਕ ਚੀਜ਼ ਹੈ, ਪੁਲਿਸ ਜਦੋਂ ਵੀ ਲੜਦੀ ਹੈ ਕਿਸੇ ਨਾਲ, ਉਹ ਆਪਣੇ ਲੋਕਾਂ ਨਾਲ ਲੜਦੀ ਹੈ। ਉਹ ਕੋਸ਼ਿਸ਼ ਕਰਦੀ ਹੈ ਵੀ ਘੱਟ ਤੋਂ ਘੱਟ ਫੋਰਸ ਇਸਤੇਮਾਲ ਕਰਕੇ ਕੰਟਰੋਲ ਕੀਤਾ ਜਾਵੇ। ਜਦੋਂ ਵੀ ਆਰਮੀ ਲੜਦੀ ਹੈ, ਆਰਮੀ ਸਿਰਫ ਦੁਸ਼ਮਣ ਨਾਲ ਲੜਦੀ ਹੈ, ਔਰ ਜਿੱਤਣ ਲਈ ਵੱਧ ਤੋਂ ਵੱਧ ਫੋਰਸ ਯੂਜ਼ ਕਰਕੇ ਉਹ ਫਤਿਹ ਹਾਸਲ ਕਰਨਾ ਚਾਹੁੰਦੀ ਹੈ। ਅਤੇ ਉਹੀ ਚੀਜ਼ ਇੱਥੇ ਹੋਣੀ ਸੀ। ਮੇਰਾ ਆਪਣਾ ਖਿਆਲ ਹੈ ਕਿ ਜਿਹੜੀ ਉਹਦੇ ਲਈ ਜਿਸ ਤਰ੍ਹਾਂ ਦਾ ਸੋਚ ਵਿਚਾਰ ਹੋਣਾ ਚਾਹੀਦਾ ਸੀ, ਉਹ ਨਹੀਂ ਹੋਇਆ, ਜਾਂ ਹੋਇਆ ਅਤੇ ਹਾਲਾਤ ਨੂੰ ਗਲਤ ਤਰੀਕੇ ਨਾਲ ਪ੍ਰੈਜ਼ੈਂਟ ਕਰਕੇ ਦੱਸਿਆ ਗਿਆ, ਜਿਹਦੇ ਨਾਲ ਜਿਨ੍ਹਾਂ ਨੇ ਫੈਸਲਾ ਕਰਨਾ ਸੀ ਉਹ ਇੱਕ ਸਹੀ ਫੈਸਲਾ ਨਹੀਂ ਕਰ ਸਕੇ, ਗਲਤ ਫੈਸਲਾ ਕਰ ਲਏ ਗਏ, ਜਿਹਦੇ ਕਰਕੇ ਇੱਕ ਬੜੀ ਵੱਡੀ ਇਤਿਹਾਸਕ ਗਲਤੀ ਜਿਹੜੀ ਹੈ ਉਹ ਹੋ ਗਈ। ਸੋ ਇਤਿਹਾਸ ਦੀ ਜਿਹੜੀ ਗਲਤੀ ਹੁੰਦੀ ਹੈ, ਟੈਂਕ ਮਤਲਬ ਜਿਹੜੇ ਯੂਜ਼ ਨਹੀਂ ਕਰਨੇ ਚਾਹੀਦੇ, ਇੰਨੇ ਵਾਈਪਨ ਜਿਹੜੇ ਯੂਜ਼ ਨਹੀਂ ਕਰਨੇ ਚਾਹੀਦੇ, ਜਿਹਦੇ ਨਾਲ ਨੁਕਸਾਨ ਜਿਹੜਾ, ਦੇਖੋ ਨੁਕਸਾਨ ਇਹਦੇ ਅੰਦਰ ਆਰਮੀ ਗਈ ਹੈ, ਅੰਦਰ ਵੀ ਤਿਆਰੀ ਹੋਈ ਸੀ। ਦੇਖੋ ਅੰਦਰ ਵੀ ਜਿਹੜੇ ਖਾੜਕੂ ਸਿੰਘ ਸਨ ਉਹ ਵੀ ਤਿਆਰ ਸਨ, ਉਹਨਾਂ ਨੂੰ ਮੇਜਰ ਜਨਰਲ ਸ਼ਬੀਕ ਸਿੰਘ ਵਰਗਾ ਲੀਡਰ ਲੱਭ ਗਿਆ ਸੀ। ਅਤੇ ਮੇਰਾ ਆਪਣਾ ਖਿਆਲ ਹੈ ਕਿ ਕਲੈਸ਼ ਅਵੋਇਡ ਕਰਨਾ ਚਾਹੀਦਾ ਸੀ, ਨੈਗੋਸੀਏਸ਼ਨ ਦੇ ਨਾਲ ਤੁਹਾਨੂੰ ਸਾਰਾ ਕੁਝ ਕਰਨਾ ਚਾਹੀਦਾ ਸੀ। ਇਹਦੇ 4 ਜਨਰਲ ਬਰਾੜ ਸਨ ਜਿਨ੍ਹਾਂ ਨੇ ਆਪਰੇਸ਼ਨ ਲੀਡ ਕੀਤਾ ਸੀ, ਮੇਜਰ ਜਨਰਲ ਬਰਾੜ। ਉਹਨਾਂ ਦੀ ਕਿਤਾਬ ਮੈਂ ਇਹਦੇ ਜਦੋਂ ਪੜ੍ਹੀ, ਮੈਂ ਉਸ ਵੇਲੇ ਪੰਜਾਬ 'ਚ ਨਹੀਂ ਸਾਂ, ਉਹਦੇ ਅੰਦਰ ਜੋ ਉਹਨਾਂ ਨੇ ਲਿਖਿਆ ਹੈ ਭਈ 4 ਆਫਿਸਰ ਮਾਰੇ ਗਏ, 4 GCO ਮਾਰੇ ਗਏ, ਅਤੇ 75 ਦੂਸਰੇ ਰੈਂਕ, ਇਸ ਤਰ੍ਹਾਂ 83 ਲੋਕ ਆਰਮੀ ਦੇ ਮਾਰੇ ਗਏ, ਔਰ ਕਰੀਬ 200 ਤੋਂ ਉੱਪਰ ਜਿਹੜੇ ਸੀ ਉਹ ਜ਼ਖਮੀ ਹੋਏ, ਜਿਨ੍ਹਾਂ 'ਚੋਂ ਬੜੇ ਸੀਰੀਅਸ ਕਈ ਜ਼ਖਮੀ ਹੋਏ ਸਨ। ਅਤੇ ਮੇਰਾ ਆਪਣਾ ਖਿਆਲ ਹੈ ਕਿ ਇਹ ਬਹੁਤ ਵੱਡਾ ਲੋਸ ਹੈ, ਅਤੇ ਕਿਸੇ ਵੀ ਆਰਮੀ ਦੇ ਲਈ ਇੰਟਰਨਲ ਸਿਕਿਉਰਿਟੀ ਨੂੰ ਡੀਲ ਕਰਦਿਆਂ ਹੋਇਆਂ ਇੰਨਾ ਵੱਡਾ ਨੁਕਸਾਨ ਉਠਾਉਣਾ ਇਹ ਛੋਟੀ ਚੀਜ਼ ਨਹੀਂ ਹੈ। ਦਿਖਿਆ ਹੀ ਨਹੀਂ
ਮਤਲਬ ਜਦ ਤੁਸੀਂ ਚਲੋ ਤੁਹਾਡਾ ਇਲਾਕਾ ਹੈ, ਤੁਸੀਂ ਐਜ਼ ਡੀਜੀਪੀ ਵਰਕ ਕੀਤਾ ਹੈ, ਪੰਜਾਬ 'ਚ ਵੀ ਕੀਤਾ ਹੈ, ਜਿਹੜਾ ਮਹਾਰਾਸ਼ਟਰ 'ਚ ਵੀ ਕੀਤਾ ਆ, ਪਤਾ ਲੱਗ ਜਾਂਦਾ ਵੀ ਆਪਣੇ ਇਲਾਕੇ 'ਚ ਕੋਈ ਐਡੇ ਵੱਡੇ ਪੈਮਾਨੇ ਤੇ ਗਤੀਵਿਧੀ ਹੋ ਰਹੀ ਹੈ, ਕਿ ਦਿਖੇ ਨਹੀਂ ਸਰਕਾਰ ਨੂੰ ਵੀ ਉੱਥੇ ਕਿਲਾਬੰਦੀ ਹੋ ਗਈ ਜੀ, ਗਤੀਵਿਧੀਆਂ ਹੋ ਗਈਆਂ ਤਿਆਰ ਹੋ ਗਈਆਂ। ਇਹ ਨਹੀਂ ਵੀ ਕਿਸੇ ਨੇ ਦੱਸਿਆ ਨਹੀਂ ਹੋਏਗਾ, ਗੱਲ ਸਿਰਫ ਦੱਸਣ ਦੀ ਨਹੀਂ। ਦੇਖੋ ਸੈਂਟਰਲ ਏਜੰਸੀਜ਼ ਨੇ ਜਿਨ੍ਹਾਂ ਦੇ ਬਹੁਤ ਉੱਪਰ ਤੱਕ ਪਹੁੰਚ ਵੀ ਹੁੰਦੀ ਹੈ, ਉਹ ਡਾਇਰੈਕਟ ਪ੍ਰਾਈਮ ਮਿਨਿਸਟਰ ਔਰ ਵੱਡੇ ਹਰ ਥਾਂ ਤੱਕ ਉਹਨਾਂ ਦੀ ਪਹੁੰਚ ਹੁੰਦੀ ਹੈ, ਉਹ ਐਡਵਾਈਜ਼ ਕਰਦੇ ਆ। ਗੱਲ ਸਿਰਫ ਐਡਵਾਈਜ਼ ਕਰਨ ਦੀ ਨਹੀਂ ਹੁੰਦੀ, ਗੱਲ ਐਡਵਾਈਜ਼ ਦੇ ਮੰਨੇ ਜਾਣ ਦੀ ਹੁੰਦੀ ਹੈ। ਵੀ ਜੇਕਰ ਜਿਹੜੇ ਰਾਜ ਕਰਤੇ ਨੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਨਹੀਂ ਆਹ ਕਰਨਾ ਹੈ, ਫਿਰ ਉਸ ਤਰ੍ਹਾਂ ਹੀ ਹੋਏਗਾ। ਤੀਜਾ ਮਤਲਬ ਆਪਰੇਸ਼ਨ ਬਲੂ ਸਟਾਰ ਹੈ ਸੀ, ਜਦ ਉਹਨੇ ਤਾਣੇ ਲਿੱਤੀ ਵੀ ਅਟੈਕ ਕਰਨਾ ਹੀ ਕਰਨਾ ਹੈ, ਤੋੜਨਾ ਹੀ ਤੋੜਨਾ ਸੀ, ਜਗਵਾਰ ਉਹਦੇ ਅੰਦਰ ਇਸ ਤਰ੍ਹਾਂ ਉਹਨੂੰ ਬਿਲਡਅਪ ਹੋਣ ਦਿੱਤਾ ਗਿਆ। ਮੇਰਾ ਖਿਆਲ ਹੈ ਤੁਹਾਨੂੰ ਬਿਲਡਅਪ ਹੋਣ ਹੀ ਨਹੀਂ ਸੀ ਦੇਣਾ ਚਾਹੀਦਾ, ਉਦੋਂ ਪਹਿਲਾਂ ਤੁਹਾਨੂੰ ਪ੍ਰੀਵੈਂਟ ਕਰਨਾ ਚਾਹੀਦਾ ਸੀ। ਅੱਛਾ ਜੇ ਹੋ ਗਿਆ ਸੀ, ਉਹਨੂੰ ਡਿਫਿਊਜ਼ ਕਰਕੇ ਨੈਗੋਸੀਏਸ਼ਨ ਕਰਕੇ ਤੇ ਤੁਹਾਨੂੰ ਉਹਨੂੰ ਥੋੜ੍ਹਾ ਜਿਹਾ ਉਹਦਾ ਲੈਵਲ ਥੱਲੇ ਲਿਆਉਣਾ ਚਾਹੀਦਾ ਸੀ, ਔਰ ਉਹ ਵੀ ਕੀਤਾ ਜਾ ਸਕਦਾ ਸੀ, ਪਰ ਨਹੀਂ ਹੋਇਆ। ਠੀਕ ਹੈ, 5 ਤਰੀਕ ਨੂੰ ਸ਼ੁਰੂ ਹੁੰਦਾ ਹੈ, 6 ਦੀ ਪੂਰੀ ਸ਼ਾਮ ਚੱਲਦੀ ਆ, 7 ਨੂੰ ਡਿਕਲੇਅਰ ਵੀ ਹੋ ਜਾਂਦਾ ਵੀ 5 ਨੂੰ ਰਾਤ ਨੂੰ ਉਸ ਕਿਤਾਬ ਦੇ ਮੁਤਾਬਕ 10 ਵਜੇ ਇਹਨਾਂ ਨੇ ਆਪਰੇਸ਼ਨ ਸ਼ੁਰੂ ਕੀਤਾ, 5 ਤਰੀਕ ਨੂੰ ਰਾਤ ਦੇ 10 ਵਜੇ, ਔਰ ਉਸ ਤੋਂ ਬਾਅਦ 3-4 ਦਿਨ ਚੱਲਿਆ, 9 ਤੱਕ ਇਹਨਾਂ ਨੇ ਵਾਈਂਡ ਅਪ ਕੀਤਾ। ਔਰ ਉਹਦੇ ਅੰਦਰ ਇਹਨਾਂ ਦੇ ਕਹਿਣ ਦੇ ਮੁਤਾਬਕ ਵੱਖਰੀਆਂ ਵੱਖਰੀਆਂ ਫਿਗਰਸ ਨੇ। ਜਨਰਲ ਬਰਾੜ ਦੇ ਕਹਿਣ ਦੇ ਮੁਤਾਬਕ 580 ਦੇ ਕਰੀਬ ਲੋਕ ਮਰੇ। ਨਵੀਂ ਇੱਕ ਕਿਤਾਬ ਜਿਹੜੀ ਉਸ ਵੇਲੇ ਦੇ DC ਰਮੇਸ਼ਿੰਦਰ ਸਿੰਘ ਹੋਰਾਂ ਨੇ ਲਿਖੀ ਹੈ, ਉਹਦੇ ਮੁਤਾਬਕ 783 ਲੋਕ ਮਰੇ, ਜਿਹਦੇ ਅੰਦਰ ਕੁਝ ਔਰਤਾਂ ਦੇ ਬੱਚੇ ਵੀ ਸਨ। ਅਤੇ ਆਰਮੀ ਦੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ 83 ਲੋਕ ਮਰੇ ਅਤੇ 200 ਤੋਂ ਉੱਪਰ ਫੱਟੜ ਹੋਏ। ਅਤੇ ਮੇਰੇ ਖਿਆਲ 'ਚ ਸਾਰਾ ਕੁਝ ਜਿਹੜਾ ਸੀ ਇਹ ਅਵੋਇਡੇਬਲ ਸੀ। ਜੇਕਰ ਹਾਲਾਤ ਔਰ ਪੰਜਾਬ ਦੀ ਜਾਣਕਾਰੀ ਹੁੰਦੀ ਅਤੇ ਇਹ ਜਿਹੜਾ ਨੁਕਸਾਨ ਹੋਇਆ ਇਹ ਘਟਾਇਆ ਜਾ ਸਕਦਾ ਸੀ। ਠੀਕ ਹੈ, ਇਹ ਆਪਰੇਸ਼ਨ ਬਲੂ ਸਟਾਰ ਹੁੰਦਾ ਆ, ਬਹੁਤ ਨੁਕਸਾਨ ਹੋਇਆ, ਦਰਬਾਰ ਸਾਹਿਬ ਟੈਰੇਟਰੀ ਹੋਇਆ, ਫੌਜਾਂ ਜਿਹੜੀਆਂ ਬਾਗੀ ਹੁੰਦੀਆਂ ਨੇ, ਜਿਹਨੂੰ ਧਰਮੀ ਫੌਜੀ ਲੋਕ ਅੱਜ ਕੱਲ੍ਹ ਕਹਿੰਦੇ ਨੇ, ਅਤੇ ਬਹੁਤ ਸਾਰੇ ਲੋਕ ਨਿਰਾਸ਼ ਵੀ ਹੁੰਦੇ ਨੇ। ਫਿਰ ਜਿਹੜੇ ਹਾਲਾਤ ਵਿਸਫੋਟਕ ਬਣੇ ਨੇ, ਅਤੇ ਜਦ ਤੁਸੀਂ ਪੰਜਾਬ 'ਚ ਆਏ ਹੋ ਉਸ ਸਮੇਂ ਕੀ ਸਾਰਾ ਕੁਝ ਚੱਲ ਰਿਹਾ ਸੀ? ਦੇਖੋ ਮੈਂ ਬਲੂ ਸਟਾਰ ਤੋਂ 2 ਮਹੀਨੇ ਬਾਅਦ ਹੀ ਆ ਗਿਆ ਸਾਂ, ਅਤੇ ਮਤਲਬ ਸਾਡਾ ਚੱਲ ਪਹਿਲਾਂ ਤੋਂ ਰਿਹਾ ਸੀ, ਪਰ ਉਹ ਮੇਰੇ ਖਿਆਲ ਕਈ ਵਾਰੀ ਫਾਈਲ ਵਰਕ ਔਰ ਕਲੈਰੀਕਲ ਉਹਦੇ 'ਚ ਟਾਈਮ ਲੱਗ ਜਾਂਦਾ। ਅਤੇ ਜਦੋਂ ਤੱਕ ਆਰਡਰ ਹੋਏ ਉਦੋਂ ਤੱਕ ਬਲੂ ਸਟਾਰ ਹੋ ਚੁੱਕਿਆ ਸੀ, ਅਤੇ ਮੈਂ ਜੁਲਾਈ ਦੇ ਐਂਡ ਤੱਕ ਮੈਂ ਪੰਜਾਬ 'ਚ ਰਿਪੋਰਟ ਕੀਤਾ। ਉਸ ਦੇ ਵਿੱਚ ਕਈ ਹੋਰ ਆਫਿਸਰਸ ਦੇ ਵੀ ਆਰਡਰ ਸਨ, KPS ਗਿੱਲ ਸਾਹਿਬ ਦੇ ਵੀ ਆਰਡਰ ਹੋਏ ਸੀ, BS ਬੇਦੀ ਸਾਹਿਬ ਦੇ ਉੱਤਰ ਪ੍ਰਦੇਸ਼ ਤੋਂ ਆਰਡਰ ਹੋਏ ਸੀ, ਇੱਕ GL ਸ਼ਰਮਾ ਉੱਤਰ ਪ੍ਰਦੇਸ਼ ਤੋਂ ਆਰਡਰ ਹੋਏ ਸੀ, ਕੁਝ ਅਫਸਰਾਂ ਦੇ ਮੱਧ ਪ੍ਰਦੇਸ਼ ਤੋਂ ਆਰਡਰ ਹੋਏ ਸੀ, ਕੁਝ ਦੇ ਹੋਰ ਪੈਰਾਮਿਲਟਰੀ ਫੋਰਸਿਸ 'ਚੋਂ ਆਰਡਰ ਹੋਏ ਸੀ। ਅਤੇ ਇਸ ਤਰ੍ਹਾਂ ਕਈ ਆਫਿਸਰਸ ਦੀ ਡਿਊਟੀ ਲੱਗੀ ਸੀ ਪੰਜਾਬ 'ਚ ਆਉਣ ਦੀ। ਇਹ ਆਪਰੇਸ਼ਨ ਬਲੂ ਸਟਾਰ ਤੋਂ ਹਾਲਾਤਾਂ ਦੇ ਉੱਤੇ ਕਾਬੂ ਪਾਉਣ ਲਈ ਮਤਲਬ ਬਾਹਰੋਂ ਜਿਹੜੀ ਪੁਲਿਸ ਇੱਥੇ ਲਿਆਂਦੀ? ਹਾਂਜੀ ਵੀ ਥੋੜ੍ਹੀ ਜਿਹੀ ਆਊਟਸਾਈਡ ਅਸਿਸਟੈਂਸ ਵੀ ਆ ਜਾਏ, ਤਾਂ ਕਿ ਪੈਰਾਮਿਲਟਰੀ ਤੋਂ ਕੰਮ ਲੈਣਾ ਸੌਖਾ ਹੋ ਜਾਵੇ ਔਰ ਪਲੈਨਿੰਗ ਠੀਕ ਤਰ੍ਹਾਂ ਹੋ ਸਕੇ। ਅਤੇ ਇਹ ਸ਼ੁਰੂ ਹੋ ਗਿਆ। ਉਹਦੇ 'ਚ KPS ਗਿੱਲ ਸਾਹਿਬ ਵੀ ਆਏ, ਅਤੇ ਕਈ ਵਾਰੀ ਮੈਂ ਉਹਨਾਂ ਨਾਲ ਜਦੋਂ ਡਿਸਕਸ਼ਨ ਹੋਣੀ, ਅਤੇ ਕਈ ਵਾਰੀ ਸਾਡਾ ਵਿਸ਼ਾ ਨਿਕਲਦਾ ਸੀ ਵੀ ਜਿਸ ਤਰ੍ਹਾਂ ਬਲੂ ਸਟਾਰ ਹੋਇਆ, ਦੇਖੋ ਤੁਹਾਨੂੰ ਕੀ ਹੁੰਦਾ ਹੈ ਵੀ ਐਜ਼ ਅ ਪੁਲਿਸ ਅਫਸਰ ਤੁਹਾਨੂੰ ਇਹ ਸੋਚਣਾ ਚਾਹੀਦਾ ਵੀ ਆਹ ਆਪਰੇਸ਼ਨ ਜਿਹੜਾ ਹੋਇਆ ਕੀ ਇਹ ਸਹੀ ਹੋਇਆ, ਕੀ ਇਹ ਕਿਸੇ ਹੋਰ ਤਰੀਕੇ ਨਾਲ ਵੀ ਕੀਤਾ ਜਾ ਸਕਦਾ ਸੀ। ਅਤੇ ਕਈ ਵਾਰੀ ਸਾਡੀ ਪੁਲਿਸ ਅਫਸਰਾਂ ਦੀ ਆਪਸ ਡਿਸਕਸ਼ਨ ਹੁੰਦੀ ਸੀ ਵੀ ਕੀ ਇਹ ਸਾਰਾ ਕੁਝ ਜ਼ਰੂਰੀ ਸੀ। ਉਹਦੇ 'ਚੋਂ ਇਹ ਲੱਗਦਾ ਸੀ ਵੀ ਕਈ ਕੁਛ ਜਿਹੜਾ ਹੈ ਇਹ ਜ਼ਿਆਦਾ ਹੋ ਗਿਆ, ਵੀ ਇਹ ਘੱਟ ਨਾਲ ਫੋਰਸ ਨਾਲ ਸ਼ਾਇਦ ਕੰਮ ਚੱਲ ਸਕਦਾ ਸੀ। ਅੱਛਾ ਹੁਣ ਦੂਜਾ ਹੁੰਦਾ ਵੀ ਰਿਸਕ ਲਿਆ ਜਾਏ ਕਿ ਨਾ। ਅੱਛਾ ਮੇਰਾ ਆਪਣਾ ਖਿਆਲ ਹੈ ਕਿ ਜਿੱਥੇ ਤੁਸੀਂ ਕੰਮ ਕਰੋ ਤੁਹਾਨੂੰ ਹਾਲਾਤ ਨੂੰ ਕਾਬੂ 'ਚ ਰੱਖਣ ਲਈ ਥੋੜ੍ਹਾ ਬਹੁਤਾ ਰਿਸਕ ਤਾਂ ਲੈਣਾ ਪੈਂਦਾ ਹੈ। ਅਤੇ ਉਸੇ ਤਰ੍ਹਾਂ ਮਤਲਬ ਬਾਅਦ ਦੇ ਵਿੱਚ ਜਦੋਂ ਇੱਥੇ ਆ ਕੇ ਕੰਮ ਕਰਨਾ ਪਿਆ, ਅਤੇ ਮੈਂ ਪਹਿਲਾਂ SSP ਜਲੰਧਰ ਦੇ ਉਹਦੇ 'ਚ ਆਇਆ। ਤੁਹਾਡੀ ਪਹਿਲੀ ਜਿਹੜੀ ਪੋਸਟਿੰਗ ਆ ਉਸ ਸਮੇਂ ਉਹ ਹਾਲਾਤਾਂ ਦੇ ਵਿੱਚ SSP ਜਲੰਧਰ? ਹਾਂ, ਫਿਰ ਉਸ ਤੋਂ ਬਾਅਦ ਮੈਂ SSP ਅੰਮ੍ਰਿਤਸਰ ਲੱਗਿਆ। ਜਦੋਂ ਅਕਾਲੀ ਗੌਰਮੈਂਟ ਇਹਨਾਂ ਨੇ ਬਰਨਾਲਾ ਸਾਹਿਬ ਦੀ ਗੌਰਮੈਂਟ ਨੇ ਸਹੁੰ ਚੁੱਕੀ ਹੈ, ਉਸ ਵੇਲੇ ਮੈਂ SSP ਅੰਮ੍ਰਿਤਸਰ। SSP ਜਲੰਧਰ ਸੀਗੇ ਜਦ ਹਜੇ ਹਾਲਾਤ ਉਸੇ ਤਰੀਕੇ ਦੇ ਲੋਕਾਂ ਦਾ ਰੋਸ਼ ਸੀ, ਫਿਰ ਕਿਵੇਂ ਕਾਬੂ ਜਿਹੜਾ ਪਾਉਣਾ? ਜੀ ਇਸ ਤਰ੍ਹਾਂ ਸੀ ਉਸ ਵੇਲੇ ਕਿ ਆਰਮੀ ਐਕਸ਼ਨ ਹੋ ਚੁੱਕਾ ਸੀ, ਆਰਮੀ ਦੀ ਪ੍ਰੈਜ਼ੈਂਸ ਪੰਜਾਬ ਦੇ ਵਿੱਚ ਪੂਰੀ ਸੀ, ਆਪਰੇਸ਼ਨ ਬਲੂ ਸਟਾਰ ਖਤਮ ਹੋ ਚੁੱਕਿਆ ਸੀ, ਪਰ ਪਿੰਡਾਂ ਦੇ ਵਿੱਚੋਂ
ਟੈਰਰਿਸਟਾਂ ਦੇ ਜਿਹੜੇ ਲਿੰਕ ਸਨ ਜਾਂ ਨੌਜਵਾਨ ਮੁੰਡੇ ਜਿਹੜੇ ਮਦਦ ਕਰ ਸਕਦੇ ਸਨ ਜਾਂ ਜਿਨ੍ਹਾਂ ਦੇ ਉੱਤੇ ਸ਼ੱਕ ਦੀ ਸੂਈ ਜਾਂਦੀ ਸੀ, ਉਹਨਾਂ ਨੂੰ ਵੀ ਫੜਨ ਦੀ ਬੜੀ ਕੋਸ਼ਿਸ਼ ਚੱਲ ਰਹੀ ਸੀ। ਆਪਰੇਸ਼ਨ ਵੁਡਰੋਜ਼ ਕਹਿੰਦੇ ਸੀ ਉਹਨੂੰ। ਉਹਦੇ ਵਿੱਚ ਬਹੁਤ ਸਾਰੇ ਨੌਜਵਾਨ ਫਿਰ ਜਿਹੜੇ ਸੀ ਉਹ ਬਾਰਡਰ ਕ੍ਰਾਸ ਕਰਕੇ ਪਾਕਿਸਤਾਨ ਚਲੇ ਗਏ, ਔਰ ਪਾਕਿਸਤਾਨ ਨੂੰ 1971 ਬੰਗਲਾਦੇਸ਼ ਦੇ ਟਾਈਮ ਦਾ ਆਪਣਾ ਬਦਲਾ ਵੀ ਲੈਣਾ ਸੀ। ਹੁਣ ਇੱਕ ਹੋਸਟਾਈਲ ਕੰਟਰੀ ਤੁਹਾਡੇ ਲੋਕ ਚਲੇ ਜਾਂਦੇ ਨੇ ਹਜ਼ਾਰਾਂ 'ਚ, ਔਰ ਉਹ ਉਹਨਾਂ ਨੂੰ ਨੈਚੁਰਲੀ ਉਹਨਾਂ ਨੇ ਬਦਲਾ ਆਪਣਾ ਲੈਣਾ। ਉਹਨਾਂ ਨੂੰ ਟ੍ਰੇਨਿੰਗ ਸ਼ੁਰੂ ਕਰਤੀ, ਬ੍ਰੇਨ ਵਾਸ਼ਿੰਗ ਸ਼ੁਰੂ ਕਰਤੀ, ਆਹ ਕਰੋ ਆਹ ਕਰੋ। ਅਤੇ ਜਦੋਂ ਉਹ ਮੁੰਡੇ ਬਾਅਦ 'ਚ ਵਾਪਸ ਆਏ ਨੇ, ਉਦੋਂ ਬਾਅਦ ਜਿਹੜੀਆਂ ਵਾਰਦਾਤਾਂ ਸੀ ਮਿਲੀਟੈਂਟਸ ਵੱਲੋਂ ਜਾਂ ਖਾੜਕੂਆਂ ਵੱਲੋਂ, ਉਹਨਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ। ਮਤਲਬ ਪਹਿਲਾਂ ਜਿਹੜਾ ਆ ਇੱਕਾ ਦੁੱਕਾ ਵਾਰਦਾਤਾਂ ਸੀ, ਇਗਨੋਰੈਂਸ ਹੋ ਰਹੀ ਸੀ, ਜਾਂ ਇਹ ਸੀ ਵੀ ਪਹਿਲਾਂ ਹੀ ਗਿਣਤੀ ਵੱਧ ਗਈ। ਕਿਉਂਕਿ ਉਹਦੇ 'ਚ ਕੀ ਹੋਇਆ, ਜਦੋਂ ਅਕਾਲੀ ਗੌਰਮੈਂਟ ਆਈ, ਇਹਨਾਂ ਨੇ ਆ ਕੇ ਤੁਸੀਂ ਸਾਨੂੰ ਦੇਖਣਾ ਕੀ ਚਾਹੀਦਾ ਵੀ ਸੱਚਾਈ ਕੀ ਹੈ, ਵੀ ਜੇਕਰ ਕੇਸਿਸ ਨੇ ਸੱਚੇ ਨੇ ਝੂਠੇ ਨੇ। ਅਕਾਲੀਆਂ ਨੇ ਇੱਕ ਕਮੇਟੀ ਬਣਾ ਦਿੱਤੀ ਕਿ ਵੀ ਜੀ ਕਾਂਗਰਸ ਸਾਰੇ ਕੇਸ ਝੂਠੇ ਕਰ ਰਹੀ ਸੀ। ਇਹ ਪੋਲੀਟੀਕਲ ਡਿਫਰੈਂਸਿਸ ਜਿਹੜੇ ਨੇ ਕਈ ਵਾਰੀ ਇਹ ਡੈਮੋਕ੍ਰੇਸੀ ਵਿੱਚ ਬਹੁਤ ਨੁਕਸਾਨ ਵੀ ਕਰ ਜਾਂਦੇ ਆ ਨਾ। ਜੇਕਰ ਉਹਨਾਂ ਦੀ ਗਲਤੀ ਸੀ ਵੀ ਉਹਨਾਂ ਨੇ ਆਰਮੀ ਵਰਤ ਲਈ ਜਿੱਥੇ ਉਹਨਾਂ ਨੂੰ ਆਰਮੀ ਨਹੀਂ ਵਰਤਣੀ ਚਾਹੀਦੀ ਸੀ, ਜ਼ਰੂਰਤ ਤੋਂ ਜ਼ਿਆਦਾ ਫੋਰਸ ਵਰਤ ਲਈ। ਇਹਨਾਂ ਦਾ ਇਹ ਸੀ ਵੀ ਨਹੀਂ ਜੀ, ਹੈ ਹੀ ਕੁਛ ਨਹੀਂ ਸੀ। ਮੇਰਾ ਇਹ ਖਿਆਲ ਸੀ ਵੀ ਜੇ ਅਸੀਂ ਸੋਚੀਏ ਹੈ ਕੁਛ ਵੀ ਨਹੀਂ ਸੀ, ਉਹ ਵੀ ਗਲਤ ਹੈ। ਤੁਸੀਂ ਕਈ ਵਾਰਦਾਤਾਂ ਹੋਈਆਂ, ਕਈ ਕਤਲ ਹੋਏ, ਕਈ ਬੱਸਾਂ 'ਚੋਂ ਕੱਢ ਕੇ ਕਿਲਿੰਗਸ ਹੋਈਆਂ, ਗੱਡੀਆਂ 'ਚ ਕਿਲਿੰਗਸ ਹੋਈਆਂ, ਇਨੋਸੈਂਟ ਲੋਕ ਮਾਰੇ ਗਏ। ਉਹਦੇ 'ਚ ਕੋਈ ਸਾਰਾ ਕੁਝ ਹੋਇਆ। ਅਤੇ ਇਹ ਸਰਕਾਰ ਜਦੋਂ ਅਕਾਲੀ ਗੌਰਮੈਂਟ ਆ ਗਈ, ਇਹਨਾਂ ਨੇ ਕਿਹਾ ਜੀ ਵੀ ਨਹੀਂ, ਇਹ ਸਾਰਾ ਕੁਝ ਝੂਠ ਸੀ, ਜਿਹੜੇ ਨੌਜਵਾਨ ਫੜੇ ਗਏ ਨੇ ਉਹ ਝੂਠੇ ਫੜੇ ਗਏ ਨੇ। ਇਹਨਾਂ ਨੇ ਪੋਲੀਟੀਕਲੀ ਮਾਈਲੇਜ ਲੈਣ ਜਾਂ ਲੋਕਾਂ ਸੱਚੇ ਹੋਣ ਕਮੇਟੀ ਬਣਾਤੀ ਜਿਹੜੀ ਉਹ ਕੇਸਿਸ ਨੂੰ ਰੀਐਗਜ਼ਾਮਿਨ ਕਰੇਗੀ। ਹੁਣ ਜਿਹੜੇ ਕੇਸ ਕੋਰਟ 'ਚ ਚੱਲ ਰਹੇ ਨੇ, ਇੱਕ ਪੈਰਲਲ ਕਮੇਟੀ ਬਣ ਗਈ। ਕਮੇਟੀ ਕੌਣ ਸੀਗੀ? ਆਮ ਸਿਵਿਲਨ ਸੀਗੇ ਜਾਂ ਇੱਕ ਹਾਈ ਕੋਰਟ ਦੇ ਰਿਟਾਇਰਡ ਜੱਜ, ਉਹਨਾਂ ਦੇ ਅੰਡਰ 2 ਪੋਲੀਟੀਕਲ ਬੰਦੇ ਨਾਲ ਲਾ ਕੇ ਅਤੇ ਇਹਨਾਂ ਨੇ ਉਹ ਸ਼ੁਰੂ ਕਰ ਦਿੱਤੀ। ਉਹਨਾਂ ਨੇ ਆ ਕੇ ਕਿ ਇਹ ਕੇਸ ਚੱਲ ਰਿਹਾ ਕੋਰਟ ਦੇ ਅੰਦਰ, ਦੇਖੋ ਚਲਾਨ ਹੋ ਕੇ ਗਵਾਹ ਭੁਗਤ ਚੁੱਕੇ ਨੇ, ਅੱਧੇ ਭੁਗਤ ਚੁੱਕੇ ਨੇ, ਕੁਝ ਰਹਿ ਗਏ। ਉਹਨਾਂ ਕਿਹਾ ਨਹੀਂ ਜੀ, ਇਹ ਕੇਸ ਨਹੀਂ ਬਣਦਾ। ਉਹ ਕੇਸ ਕੋਰਟ ਨੂੰ ਲਿਖ ਦਿੱਤਾ ਗਿਆ ਵੀ ਡਰੋਪ ਕੀਤਾ ਜਾਏ। ਅੱਛਾ, ਉਹਦੇ ਵਿੱਚ ਜਿਹੜੇ ਫੜੇ ਹੋਏ ਬੰਦੇ ਸੀ ਉਹ ਬਾਹਰ ਆ ਗਏ। ਅੱਛਾ, ਉਹਨਾਂ 'ਚੋਂ ਬਹੁਤ ਸਾਰੇ ਖਾੜਕੂ ਨੇਚਰ ਦੇ ਸਨ, ਵੀ ਖਾੜਕੂ ਹੈਗੇ ਸਨ ਜਿਹੜੇ ਕੇਸਾਂ 'ਚ ਫੜੇ ਹੋਏ ਸਨ। ਉਹ ਬਾਹਰ ਆ ਜਾਣ ਨਾਲ ਖਾੜਕੂਵਾਦ ਫਿਰ ਵਾਧੇ ਵੱਲ ਚੱਲ ਪਿਆ। ਉੱਧਰੋਂ ਜਿਹੜੇ ਮੁੰਡੇ ਵੁਡਰੋਜ਼ ਦੇ ਵਿੱਚੋਂ ਭੱਜ ਕੇ ਪਾਕਿਸਤਾਨ ਚਲੇ ਗਏ ਸੀ, ਔਰ ISI ਦੇ ਆਪਰੇਟਿਵ ਨੇ ਉਹਨਾਂ ਦਾ ਬ੍ਰੇਨ ਵਾਸ਼ ਕੀਤਾ ਸੀ। ਜਦੋਂ ਅਕਾਲੀ ਗੌਰਮੈਂਟ ਆ ਗਈ, ਉਹ ਵੀ ਸਾਰੇ ਵਾਪਸ ਆਉਣੇ ਸ਼ੁਰੂ ਹੋ ਗਏ। ਉਹਨਾਂ ਅੰਦਰ ਵੀ ਬਹੁਤ ਸਾਰੇ ਖਾੜਕੂ ਅੰਸਰ ਹੈਗੇ ਸੀ। ਸਡਨਲੀ ਪੰਜਾਬ ਦੇ ਅੰਦਰ ਖਾੜਕੂਆਂ ਦੀ ਗਿਣਤੀ ਬਹੁਤ ਵੱਧ ਗਈ। ਉਸ ਤੋਂ ਬਾਅਦ ਉਹਨਾਂ ਨੇ ਆ ਕੇ 26 ਜਨਵਰੀ 1986 ਨੂੰ ਇੱਕ ਸਰਬੱਤ ਖਾਲਸਾ ਸੱਦਿਆ। ਉਹਦੇ ਅੰਦਰ ਉਹਨਾਂ ਨੇ, ਉਦੋਂ ਤੱਕ ਇਹਨਾਂ ਨੇ ਜਿਹੜਾ ਅਕਾਲ ਤਖਤ ਢਾਇਆ ਹੋਇਆ ਸੀ, ਉਹ ਕਾਂਗਰਸ ਗੌਰਮੈਂਟ ਨੇ ਬਾਬਾ ਸੰਤਾ ਸਿੰਘ ਨਿਹੰਗ ਚੀਫ ਜਿਹੜੇ ਬੁੱਢਾ ਦਲ ਦੇ ਸਨ, ਉਹਨਾਂ ਤੋਂ ਕਾਰ ਸੇਵਾ ਕਰਵਾ ਕੇ ਔਰ ਨਾਲ ਕੋਈ ਹੋਰ ਏਜੰਸੀਜ਼ ਲਾ ਕੇ ਅਕਾਲ ਤਖਤ ਫਿਰ ਦੁਬਾਰਾ ਬਣਾ ਲਿਆ ਸੀ। ਹੁਣ ਇੱਥੇ ਇਹਨਾਂ ਨੇ ਇਹ ਕਿਹਾ ਕਿ ਅਸੀਂ ਉਹ ਢਾਵਾਂਗੇ ਔਰ ਢਾਹ ਕੇ ਅਸੀਂ ਦੁਬਾਰਾ ਕਾਰ ਸੇਵਾ ਨਾਲ ਬਣਾਵਾਂਗੇ। ਅੱਛਾ, ਉਹਦੇ ਵਿੱਚ ਸ਼ਾਇਦ ਅਕਾਲੀ ਲੀਡਰਾਂ ਦਾ ਵੀ ਕੁਝ ਹੱਥ ਹੋਏਗਾ ਵੀ ਹਾਂ ਕਰ ਲਓ। ਸੋ ਇਹਨਾਂ ਨੇ ਉੱਥੇ ਟੱਕ ਮਾਰ ਦਿੱਤਾ। ਟੱਕ ਮਾਰ ਕੇ ਬਾਅਦ ਦੇ ਵਿੱਚ ਉਹਨੂੰ ਡੇਗ ਲਿਆ, ਡੇਗ ਦਿੱਤਾ, ਢਾਹ ਦਿੱਤਾ। ਢਾਹ ਕੇ ਉਸ ਤੋਂ ਬਾਅਦ ਫਿਰ ਉਹ ਬਣਦਾ ਰਿਹਾ। ਜਦ ਇਹ ਸਰਬੱਤ ਖਾਲਸਾ ਸੱਦਿਆ ਗਿਆ, ਉਸ ਸਮੇਂ ਤੁਸੀਂ ਜਲੰਧਰ ਸੀ ਜਾਂ ਫਿਰ ਜਦ ਤੱਕ ਪੋਸਟ? ਮੈਂ ਅੰਮ੍ਰਿਤਸਰ ਦਾ SSP ਸੀ। ਅੰਮ੍ਰਿਤਸਰ ਸ਼ਿਫਟ ਹੋ ਚੁੱਕੇ? ਮੈਂ ਪੁੱਛਿਆ ਸੀ CM ਸਾਹਿਬ ਨੂੰ, ਮੈਂ ਗੱਲ ਕਰਦੇ ਹਾਂ ਕਿ ਸਰ ਇਸ ਤਰ੍ਹਾਂ ਹੈ ਅਤੇ ਅਸੀਂ ਪਾਬੰਦੀ ਲਾਈਏ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਅਕਾਲੀ ਸਰਕਾਰ ਹਾਂ, ਅਸੀਂ ਇਸ ਤਰ੍ਹਾਂ ਸਰਬੱਤ ਖਾਲਸਾ ਜੇ ਕੋਈ ਵੀ ਕਰਦੇ ਹੋਣ ਅਤੇ ਅਸੀਂ ਪਾਬੰਦੀ ਨਹੀਂ ਲਾ ਸਕਦੇ, ਉੱਦਾਂ ਫੜ ਲਓ। ਅੱਛਾ, ਮੇਰਾ ਇਹ ਕਹਿਣਾ ਸੀ ਜੀ ਵੀ ਉੱਦਾਂ ਫੜ ਲਓ, ਔਖਾ ਹੈ ਬਾਹਰ ਇਕੱਲੇ ਇਕੱਲੇ ਨੂੰ ਫੜਨਾ,
ਤੇ ਜੇਕਰ ਅਸੀਂ ਇੱਕ ਈਵੈਂਟ ਦੇ ਉੱਤੇ ਪਾਬੰਦੀ ਲਾ ਦਈਏ ਤੇ ਪ੍ਰੀਵੈਂਟ ਕਰ ਦਈਏ, ਪਰ ਉਹ ਇੱਦਾਂ ਹੁੰਦਾ ਵੀ ਡਿਸਾਈਸਿਵ ਇੱਕ ਨਿਸ਼ਚਿਤ ਤੁਹਾਨੂੰ ਲਾਈਨ ਫੜਨੀ ਪੈਂਦੀ ਸਟ੍ਰੈਟਜੀ, ਉਹ ਫੜਨ ਲਈ ਮੈਨੂੰ ਲੱਗਿਆ ਵੀ ਤਿਆਰੀ ਪੂਰੀ ਨਹੀਂ ਹੈ ਮਾਨਸਿਕ। ਫਿਰ ਅਸੀਂ ਜੋ ਸਰਕਾਰ ਦਾ ਹੁਕਮ ਸੀ ਉਸ ਤਰ੍ਹਾਂ ਅਸੀਂ ਕੰਮ ਕਰਦੇ ਰਹੇ। ਸਰਬੱਤ ਖਾਲਸਾ ਹੋਇਆ, ਉਹਨਾਂ ਨੇ ਸਾਰਿਆਂ ਨੂੰ ਪੰਥ 'ਚੋਂ ਛੇਕ ਦਿੱਤਾ, ਬਰਨਾਲਾ ਸਾਹਿਬ ਨੂੰ ਵੀ, ਸਰਦਾਰ ਬੂਟਾ ਸਿੰਘ ਨੂੰ ਵੀ, ਗਿਆਨੀ ਜ਼ੈਲ ਸਿੰਘ ਉਹਨਾਂ ਪ੍ਰਧਾਨ ਰਾਸ਼ਟਰਪਤੀ ਸਨ, ਉਹ ਸਾਰੇ ਛੇਕ ਦਿੱਤੇ। ਉਸ ਤੋਂ ਬਾਅਦ ਫਿਰ ਕੌਣ ਸੀ ਜਿਹੜੇ ਸਰਬੱਤ ਖਾਲਸਾ ਕਾਲਿੰਗ ਦੇਣ ਵਾਲੇ, ਕੌਣ ਸੀ ਉਹ? ਨਹੀਂ, ਕਾਲ ਦੇਣ ਵਾਲੇ ਮਿਲੀਟੈਂਟ ਸਨ ਤੇ ਇਹਨਾਂ ਨੇ ਉੱਥੇ SGPC ਵੀ ਖਤਮ ਕਰਤੀ, ਐਬਰੋਗੇਟ ਕਰਤੀ ਵੀ ਜੀ ਖਤਮ ਹੈ। ਤੇ ਅਸੀਂ ਉਹਦੀ ਜਗ੍ਹਾ ਇੱਕ ਪੰਥਕ ਕਮੇਟੀ ਜਿਹਦੇ ਅੰਦਰ 5 ਮੈਂਬਰ ਖਾੜਕੂ ਸਿੰਘ ਹੈਗੇ ਸੀ, ਉਹਨਾਂ ਦਾ ਨਾਂ ਲੈ ਕੇ ਕਹਿਤਾ ਵੀ ਇਹ ਚਲਾਉਣਗੇ। SGPC ਦੀ ਜਗ੍ਹਾ ਪੰਥਕ ਦਿਸ਼ਾ ਜਿਹੜੀ ਕਮਿਊਨਿਟੀ ਨੂੰ ਹੈ ਉਹ ਇਹ ਪੰਥਕ ਕਮੇਟੀ ਦੇਵੇਗੀ। ਸਰ ਇੱਥੇ ਜਿਹੜਾ ਸਮਾਂ ਇਜਾਜ਼ਤ ਗੱਲ ਇੱਥੇ ਰੋਕਾਂਗੇ, ਪਰ ਇਹਨੂੰ ਅਗਲੇ ਚੈਪਟਰ 'ਚ ਕੰਟੀਨਿਊ ਰੱਖਾਂਗੇ, ਕਿਉਂਕਿ SSP ਜਦ ਇਹ ਅੰਮ੍ਰਿਤਸਰ ਜਾਂਦੇ ਨੇ ਉੱਥੇ ਦੇ ਹਾਲਾਤ ਕੀ ਰਹਿੰਦੇ ਨੇ। ਠੀਕ ਹੈ, ਕਮੇਟੀ ਭੰਗ ਕਰ ਦਿੱਤੀ ਜਾਂਦੀ ਹੈ, ਉਸ ਤੋਂ ਬਾਅਦ ਕਿੱਥੇ ਹੁੰਦੇ ਆ ਪ੍ਰਕਾਸ਼ ਸਿੰਘ ਬਾਦਲ ਜਾਂ ਜਥੇਦਾਰ ਟੌੜਾ, ਕਿੱਥੇ ਹੁੰਦੇ ਨੇ, ਉਸ ਤੋਂ ਬਾਅਦ ਕੀ ਹਾਲਾਤ ਰਹਿੰਦੇ ਨੇ, ਤੇ ਬਲੈਕ ਥੰਡਰ 1 ਤੇ 2 ਕੀ ਹੈ, ਉਹ ਅਸੀਂ ਅਗਲੇ ਐਪੀਸੋਡ 'ਚ ਜਾਣਾਂਗੇ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਸੋ ਵਿਰਕ ਸਾਹਿਬ ਹੋਣਾ ਨਾਲ ਚਰਚਾ ਕੀਤੀ ਹੈ, ਚਰਚਾ ਜਾਰੀ ਰਹੇਗੀ ਅਗਲੇ ਐਪੀਸੋਡ 'ਚ। ਜਦ ਤੱਕ ਤੁਸੀਂ ਬਣੇ ਰਹੋ TV ਪੰਜਾਬ ਦੇ ਨਾਲ। ਮੈਨੂੰ ਜਸਪ੍ਰੀਤ ਸਿੰਘ ਆਸ਼ਕ ਨੂੰ ਦਿਓ ਇਜਾਜ਼ਤ, ਧੰਨਵਾਦ।